ਧੰਨ ਵਾਹਿਗੁਰੂ ਸਾਹਿਬ ਜੀਓ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਪਰਮ ਸਨਮਾਨਯੋਗ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਆਓ ਜਿਵੇਂ ਕਿ ਹਰ ਰੋਜ਼ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਨੰਦ ਸਾਹਿਬ, ਜਿਸ ਦੀ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕਰਦੇ ਹਾਂ, ਤਿਸ ਵਿਚਾਰ ਦੇ ਤਹਿਤ ਹੁਣੇ ਆਪਾਂ ਬੜੇ ਪਿਆਰ ਦੇ ਨਾਲ ਚੌਥੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਆਓ ਇਸ ਪੌੜੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਪਾਵਨ ਪੌੜੀ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਾਚਾ ਨਾਮ ਮੇਰਾ ਆਧਾਰੋ। ਆਧਾਰੋ ਦਾ ਅਰਥ ਹੈ ਆਧਾਰ, ਆਸਰਾ, ਸਹਾਇਤਾ। ਸੋ ਜ਼ਿੰਦਗੀ ਦੇ ਅੰਦਰ ਇਸ ਜੀਵਨ ਨੂੰ ਜਿਉਣ ਦੇ ਲਈ ਇਨਸਾਨ ਕਿਸੇ ਨਾ ਕਿਸੇ ਆਸਰੇ ਦੀ ਭਾਲ ਕਰਦਾ ਹੈ। ਇਸ ਜੀਵਨ ਨੂੰ ਮਨੁੱਖ ਕਿਸੇ ਨਾ ਕਿਸੇ ਆਸਰੇ ਦੇ ਤਹਿਤ ਬਤੀਤ ਕਰਦਾ ਹੈ। ਬਲਕਿ ਰੱਬੀ ਬਾਣੀ ਦਾ ਬੜਾ ਮਕਬੂਲ ਬਚਨ ਹੈ। ਸਤਿਗੁਰੂ ਜੀ ਤਾਂ ਇੱਥੋਂ ਤੱਕ ਬਖਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਵੇਖ ਹੇ ਇਨਸਾਨ, ਉਸ ਅਕਾਲ ਪੁਰਖ ਪਰਮਾਤਮਾ ਨੇ ਜਿਸ ਨੇ ਤੈਨੂੰ ਬਣਾਇਆ, ਤੈਨੂੰ ਸਾਜਿਆ ਸਵਾਰਿਆ,
ਉਸਨੇ ਤੇਰੇ ਜੀਵਨ ਦੇ ਨਿਰਵਾਹ ਦੇ ਲਈ ਬਾਹਰੀ ਤੌਰ ਤੇ ਕੁਝ ਕੁ ਆਸਰੇ ਜਿਹੜੇ ਸਨ ਉਹ ਸਥਾਪਿਤ ਕਰ ਦਿੱਤੇ, ਜਿਨ੍ਹਾਂ ਆਸਰਿਆਂ ਨੂੰ ਆਪਣੇ ਜੀਵਨ ਦੇ ਅੰਦਰ ਮਾਣਦਾ ਹੋਇਆ ਤੂੰ ਇਸ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਤੇ ਆਪਾਂ ਬਚਨ ਪੜ੍ਹਦੇ ਹਾਂ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਓ, ਬੈਠ ਕੋ ਦੈਨ। ਸਤਿਗੁਰੂ ਜੀ ਕਹਿਣ ਲੱਗੇ ਉਸ ਅਕਾਲ ਪੁਰਖ ਪਰਮਾਤਮਾ ਨੇ ਇਸ ਢੰਗ ਦੇ ਨਾਲ ਤੇਰੇ ਜੀਵਨ ਦੇ ਅੰਦਰ ਕੁਝ ਕੁ ਸਹਾਰੇ, ਕੁਝ ਕੁ ਆਸਰੇ ਜਿਹੜੇ ਸਨ ਉਹ ਸਥਾਪਿਤ ਕਰ ਦਿੱਤੇ। ਸੋ ਬੇਨਤੀ ਕਰ ਰਿਹਾ ਸੀ, ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜ਼ਿੰਦਗੀ ਨੂੰ ਜਿਉਣ ਦੇ ਲਈ ਕਿਸੇ ਨਾ ਕਿਸੇ ਆਸਰੇ ਦੀ, ਕਿਸੇ ਨਾ ਕਿਸੇ ਸਹਾਰੇ ਦੀ ਜ਼ਰੂਰਤ ਹੈ। ਤੁਸੀਂ ਵੇਖੋ ਵੀ ਕਿਸੇ ਨੂੰ ਧਨ ਦਾ ਸਹਾਰਾ ਹੈ, ਕਿਸੇ ਨੂੰ ਸਰੀਰ ਦਾ ਸਹਾਰਾ ਹੈ, ਕਿਸੇ ਨੂੰ ਭੈਣਾਂ ਭਰਾਵਾਂ ਦਾ, ਮਾਤਾ ਪਿਤਾ ਸਗੇ ਸੰਬੰਧੀਆਂ ਦਾ। ਇਹੋ ਜਿਹੇ ਬੜੇ ਬਾਹਰੀ ਤੌਰ ਤੇ ਇਨਸਾਨ ਦੇ ਜੀਵਨ ਦੇ ਅੰਦਰ ਆਸਰੇ ਬਣਦੇ ਨੇ, ਸਹਾਰੇ ਬਣਦੇ ਨੇ, ਜਿਹੜੇ ਕਿ ਇਸ ਬਾਹਰੀ ਜ਼ਿੰਦਗੀ ਨੂੰ, ਬਾਹਰੇ ਜੀਵਨ ਨੂੰ ਜਿਉਣ ਦੇ ਲਈ ਲਾਜ਼ਮੀ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਜਿੰਨੇ ਵੀ ਬਾਹਰੀ ਸਹਾਰੇ ਨੇ, ਇਹ ਜਿੰਨੇ ਵੀ ਆਸਰੇ ਨੇ, ਇਹ ਜਿੰਨੇ ਵੀ ਆਧਾਰ ਨੇ, ਇਹ ਬਾਹਰੀ ਤੌਰ ਤੇ ਉਦੋਂ ਤੱਕ ਹੀ ਤੇਰੇ ਨਾਲ ਨਿਭ ਸਕਦੇ ਨੇ ਜਦੋਂ ਤੱਕ ਤੇਰੇ ਸਰੀਰ ਦੀ ਹੋਂਦ ਹੈ, ਜਦੋਂ ਤੱਕ ਤੇਰੇ ਸਰੀਰ ਦੀ ਇਹ ਜੀਵਨ ਸ਼ੈਲੀ ਜਿਹੜੀ ਹੈ ਉਹ ਚੱਲ ਰਹੀ ਹੈ। ਜਿਵੇਂ ਇਸ ਸਰੀਰ ਦੇ ਵਿੱਚੋਂ ਜੀਵਾਤਮਾ ਰੂਪੀ ਹੰਸ ਨੇ ਉਡਾਰੀ ਮਾਰੀ, ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਨਾ ਤਾਂ ਧਨ ਦਾ ਕੋਈ ਆਸਰਾ ਤੇਰੇ ਲਈ ਕੋਈ ਬਹੁਤੀ ਮਾਇਨੇ ਰੱਖਦਾ ਹੈ, ਨਾ ਕੋਈ ਧੀਆਂ ਪੁੱਤਰਾਂ ਦਾ, ਨਾ ਕੋਈ ਪਤੀ ਪਤਨੀ ਦਾ, ਨਾ ਕੋਈ ਸਗੇ ਸੰਬੰਧੀਆਂ ਦਾ, ਨਾ ਮਾਤਾ ਦਾ, ਨਾ ਪਿਤਾ ਦਾ। ਇਸੇ ਕਰਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਜੀ ਇਹ ਬਾਹਰੀ ਤੌਰ ਤੇ ਸਹਾਰਿਆਂ ਦੀ ਗੱਲ ਕਰਦਿਆਂ ਸਾਨੂੰ ਮੁਬਾਰਕ ਬਾਣੀ ਦੇ ਅੰਦਰ ਇਹ ਬਖਸ਼ਿਸ਼ ਕਰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਾਂ ਆਪਾਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹਾਂ, ਮਾਤ ਪਿਤਾ ਬਨਿਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਇਹ ਬਿਦ ਕੋ ਵਿਵਹਾਰ ਬਨਿਓ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਬਿਦ ਕੋ ਵਿਵਹਾਰ ਬਨਿਓ ਹੈ, ਤਾਂ ਸਿਓ ਨੇਹ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਸੋ ਇਹ ਬਾਹਰੀ ਜਿੰਨੇ ਵੀ ਆਸਰੇ ਨੇ ਇਹ ਉਦੋਂ ਤੱਕ ਹੀ ਸਾਡੇ ਸਹਾਈ ਨੇ ਜਦੋਂ ਤੱਕ ਸਰੀਰ ਦੇ ਵਿੱਚ ਇਹ ਰੋਂ ਜਿਹੜੀ ਹੈ ਉਹ ਚੱਲ ਰਹੀ ਹੈ। ਪਰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਇੱਕ ਸਹਾਰਾ, ਇੱਕ ਆਸਰਾ ਆਪਣੇ ਜੀਵਨ ਦੇ ਅੰਦਰ ਹੋਰ ਲੈ। ਜਿੱਥੇ ਬਾਹਰੀ ਤੌਰ ਤੇ ਤੂੰ ਬੜੇ ਆਸਰੇ ਲਾ ਕੇ ਬੈਠਾ ਹੈ, ਕਿਤੇ ਤੈਨੂੰ ਪੁੱਤ ਦਾ ਆਸਰਾ ਹੈ, ਕਿਤੇ ਤੈਨੂੰ ਮਾਂ ਦਾ ਆਸਰਾ ਹੈ, ਕਿਤੇ ਪਤਨੀ ਦਾ ਆਸਰਾ ਹੈ, ਕਿਤੇ ਪਤੀ ਦਾ ਆਸਰਾ ਹੈ। ਇੱਕ ਆਸਰਾ ਆਪਣੇ ਜੀਵਨ ਦੇ ਅੰਦਰ ਹੋਰ ਤੂੰ ਪ੍ਰਾਪਤ ਕਰ, ਹੋਰ ਇੱਕ ਆਸਰੇ ਨੂੰ ਆਪਣੇ ਜੀਵਨ ਦੇ ਅੰਦਰ ਥਾਂ ਦੇ। ਤੇ ਜਿੱਦਣ ਇਸ ਆਸਰੇ ਨੂੰ ਤੂੰ ਆਪਣੇ ਜੀਵਨ ਦੇ ਅੰਦਰ ਥਾਂ ਦੇ ਦਿੱਤੀ, ਸਤਿਗੁਰੂ ਜੀ ਕਹਿਣ ਲੱਗੇ ਫਿਰ ਤੈਨੂੰ ਕਿਸੇ ਦੇ ਆਸਰੇ ਦੀ ਜ਼ਰੂਰਤ ਨਹੀਂ ਪੈਣੀ, ਫਿਰ ਤੈਨੂੰ ਕਿਸੇ ਦੇ ਆਸਰੇ ਦੀ ਨਹੀਂ। ਫਿਰ ਆਪਾਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹਾਂ, ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾ। ਤੇ ਉਹ ਆਸਰਾ ਕਿਹੜਾ ਹੈ? ਗੁਰੂ ਅਮਰਦਾਸ ਜੀ ਮਹਾਰਾਜ
ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਸਾਚਾ ਨਾਮ ਮੇਰਾ ਆਧਾਰੂ। ਸਾਚਾ ਦੇ ਅਰਥ ਨੇ ਸਦਾ ਸਥਿਰ ਰਹਿਣ ਵਾਲਾ। ਨਾਮ ਦੇ ਅਰਥ ਬਾਣੀ ਦੇ ਅੰਦਰ ਸੱਚੇ ਗਿਆਨ ਦੇ ਵਜੋਂ ਵੀ ਆਏ ਨੇ। ਨਾਮ ਦੇ ਅਰਥ ਬਾਣੀ ਦੇ ਵਿੱਚ ਹੁਕਮ ਦੇ ਵਜੋਂ ਵੀ ਆਏ ਨੇ, ਤੇ ਨਾਮ ਦੇ ਅਰਥ ਬਾਣੀ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੇ ਵਜੋਂ ਤੇ ਆਪਣੇ ਜੀਵਨ ਦੇ ਅੰਦਰ ਐਕਸੈਪਟ ਕਰਨ ਵਜੋਂ ਵੀ ਆਏ ਨੇ। ਸੋ ਨਾਮ ਦੇ ਅਰਥਾਂ ਤੋਂ ਭਾਵ ਹੈ ਇੱਥੇ ਸਾਚਾ ਨਾਮ। ਨਾਮ ਦੇ ਇੱਥੇ ਅਰਥ ਨੇ ਸੱਚਾ ਗਿਆਨ, ਰੱਬੀ ਗੁਣ, ਉਸ ਪਰਮਾਤਮਾ ਦਾ ਉਹ ਜਿਹੜਾ ਨਿਯਮ ਹੈ, ਜਿਹੜਾ ਹੁਕਮ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਮੇਰਾ ਆਧਾਰੋ। ਉਹ ਸੱਚ ਦਾ ਗਿਆਨ ਜਿਹੜਾ ਹੈ ਉਹ ਮੇਰੀ ਜ਼ਿੰਦਗੀ ਦਾ ਆਸਰਾ ਹੈ, ਉਹ ਮੇਰੇ ਜੀਵਨ ਦਾ ਆਧਾਰ ਹੈ। ਭਾਵ ਮੇਰੇ ਜੀਵਨ ਦੇ ਅੰਦਰ ਜਿਹੜੀ ਅਹਿਮੀਅਤ ਹੈ ਉਸ ਸੱਚੇ ਗਿਆਨ ਨੂੰ ਹੈ, ਉਸ ਸੱਚ ਨੂੰ ਹੈ, ਰੱਬੀ ਹੁਕਮ ਨੂੰ ਹੈ, ਅਕਾਲ ਪੁਰਖ ਪਰਮਾਤਮਾ ਦੀਆਂ ਉਹਨਾਂ ਗੁਣਾਂ ਨੂੰ ਹੈ। ਆਪਾਂ ਮੁਬਾਰਕ ਬਾਣੀ ਦੇ ਵਿੱਚੋਂ ਕੁਝ ਕੁ ਬਚਨ ਸਾਂਝੇ ਕਰ ਲਈਏ। ਸਤਿਗੁਰੂ ਜੀ ਨੇ ਨਾਮ ਦੇ ਆਸਰੇ ਦੀ ਜਦੋਂ ਗੱਲ ਕੀਤੀ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਐਗਜ਼ਾਮਪਲ ਦੇ ਕਰਕੇ, ਬੜੀ ਪਿਆਰੀ ਉਦਾਹਰਣ ਦੇ ਕਰਕੇ ਸਾਨੂੰ ਸਮਝਾਇਆ। ਸਤਿਗੁਰੂ ਜੀ ਕਹਿਣ ਲੱਗੇ ਨਾਮ ਤੇਰਾ ਆਧਾਰ ਮੇਰਾ। हे ਮਾਲਕ ਜੀ, हे ਰੱਬ ਜੀ, ਤੇਰਾ ਨਾਮ। ਮੈਂ ਫਿਰ ਇਹ ਬਾਰ-ਬਾਰ ਬੇਨਤੀ ਕਰਾਂ, ਨਾਮ ਦੇ ਭਾਵ ਅਰਥ ਨੇ, ਨਾਮ ਦੇ ਜੋ ਮੀਨਿੰਗ ਨੇ ਉਹ ਹੈ ਸੱਚਾ ਗਿਆਨ, ਰੱਬ ਦਾ ਹੁਕਮ, ਉਹਦੇ ਗੁਣ, ਉਹਦੇ ਵਿੱਚ ਨਿਯਮਾਂ ਨੂੰ ਸਮਝ ਲੈਣਾ। ਸਤਿਗੁਰੂ ਜੀ ਕਹਿਣ ਲੱਗੇ ਨਾਮ ਤੇਰਾ ਆਧਾਰ ਮੇਰਾ। हे ਪਰਮਾਤਮਾ ਜੀ, ਤੇਰਾ ਸੱਚਾ ਗਿਆਨ ਹੀ, ਤੇਰਾ ਹੁਕਮ ਹੀ, ਤੇਰੇ ਰੱਬੀ ਗੁਣ ਹੀ ਜਿਹੜੇ ਨੇ ਉਹ ਮੇਰੀ ਜ਼ਿੰਦਗੀ ਦਾ ਆਸਰਾ ਨੇ। ਤੇ ਐਗਜ਼ਾਮਪਲ ਦਿੰਦੇ ਨੇ ਸਤਿਗੁਰੂ ਜੀ, ਜਿਉਂ ਫੂਲ ਜਈ ਹੈ ਨਾਰ। ਜਿਵੇਂ ਫੁੱਲ ਨੂੰ ਪਾਣੀ ਦਾ ਆਸਰਾ ਹੈ ਨਾ, ਨਾਰ ਦੇ ਅਰਥ ਨੇ ਪਾਣੀ। ਜਿਵੇਂ ਫੁੱਲ ਨੂੰ ਪਾਣੀ ਦਾ ਆਸਰਾ ਹੈ, ਜਿਵੇਂ ਫੁੱਲ ਜਿਹੜਾ ਹੈ, ਕਮਲ ਦਾ ਫੁੱਲ ਜਿਹੜਾ ਹੈ ਉਹ ਪਾਣੀ ਦੇ ਆਸਰੇ ਖਿੜਦਾ ਹੈ। ਫੁੱਲ ਜਿਹੜਾ ਹੈ ਉਹ ਪਾਣੀ ਦੇ ਆਸਰੇ ਪ੍ਰਫੁੱਲਤ ਹੁੰਦਾ ਹੈ। ਉਵੇਂ ਮੇਰਾ ਵੀ ਜੀਵਨ ਪ੍ਰਫੁੱਲਤ ਹੁੰਦਾ ਹੈ, ਮੈਂ ਵੀ ਖਿੜ ਜਾਣਾ। ਪਰ ਕਦੋਂ? ਜਦੋਂ ਮੈਨੂੰ ਸੱਚਾ ਗਿਆਨ, ਜਦੋਂ ਤੇਰਾ ਹੁਕਮ, ਜਦੋਂ ਉਹ ਗੁਣ ਮੇਰੀ ਜ਼ਿੰਦਗੀ ਦੇ ਅੰਦਰ ਆਉਂਦੇ ਨੇ, ਮੈਂ ਵੀ ਖਿੜ ਜਾਣਾ। ਸੋ ਸਤਿਗੁਰੂ ਜੀ ਨੇ ਬੇਅੰਤ ਥਾਵਾਂ ਦੇ ਉੱਤੇ ਇਹ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਦੇ ਆਪਾਂ ਮੁਬਾਰਕ ਬਚਨ ਪੜ੍ਹਦੇ ਹਾਂ। ਨਾਮ ਦੇ ਆਸਰੇ ਦੀ ਜਦੋਂ ਗੱਲ ਕੀਤੀ ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਤੇ ਕਿਸ ਢੰਗ ਦੇ ਨਾਲ ਸਹਾਈ ਹੈ? ਸਤਿਗੁਰੂ ਜੀ ਕਹਿੰਦੇ ਨੇ ਬੂਡਤ ਕੋ ਜੈਸੇ ਬੇੜੀ ਮਿਲਤ, ਬੂਜਤ ਦੀਪਕ ਮਿਲਤ ਤਿਲਤ, ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੂਖੇ ਭੋਜਨ ਮਾਤ। ਸਤਿਗੁਰੂ ਜੀ ਇਹ ਸਾਰੀਆਂ ਉਦਾਹਰਨਾਂ ਦਿੰਦੇ ਨੇ। ਐਸੋ ਸਹਾਈ ਹਰ ਕੋ ਨਾਮ। ਸਤਿਗੁਰੂ ਜੀ ਕਹਿਣ ਲੱਗੇ ਇਸ ਢੰਗ ਦੇ ਨਾਲ ਉਹ ਤੇਰਾ ਸਹਾਈ ਬਣਦਾ ਹੈ ਜੇ ਤੂੰ ਨਾਮ ਦਾ ਆਸਰਾ ਲੈ ਲਵੇਂ। ਇੱਥੇ ਹੀ ਬਸ ਨਹੀਂ। ਗੁਰੂ ਸਾਹਿਬ ਜੀ ਤੇ ਕਹਿੰਦੇ ਨੇ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਮੁਬਾਰਕ ਬਾਣੀ ਦੇ ਬਚਨ ਨੇ ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਆਪਾਂ ਜਦੋਂ ਸਾਧ ਸੰਗਤ ਜੀ ਮੁਬਾਰਕ ਬਾਣੀ ਦੇ ਵਿੱਚੋਂ ਪੁੱਛਣ ਦਾ ਯਤਨ ਕਰਦੇ ਹਾਂ, ਵੇਖੋ ਗੁਰੂ ਅੰਗਦ ਸਾਹਿਬ ਜੀ ਮਹਾਰਾਜ
ਦਾ ਜਦੋਂ ਆਪਾਂ ਉਹ ਜੀਵਨ ਪੜ੍ਹੀਏ, ਜਿਹੜਾ ਜੀਵਨ ਉਹਨਾਂ ਨੇ ਕਰਮ ਕਾਂਡਾਂ ਦੇ ਵਿੱਚ ਬਤੀਤ ਕੀਤਾ, ਭਾਈ ਲਹਿਣੇ ਦੇ ਰੂਪ ਦੇ ਵਿੱਚ ਬਤੀਤ ਕੀਤਾ, ਤੇ ਉਹਨਾਂ ਨੇ ਆਪਣੇ ਜੀਵਨ ਦਾ ਆਸਰਾ ਜਿਹੜਾ ਹੈ ਉਹ ਕਰਮ ਕਾਂਡਾਂ ਨੂੰ ਬਣਾਇਆ ਹੈ। ਉਹਨਾਂ ਨੇ ਆਪਣੇ ਜੀਵਨ ਦਾ ਆਸਰਾ ਜਿਹੜਾ ਹੈ ਉਹ ਦੇਵੀ ਤੇ ਦੇਵਤਿਆਂ ਨੂੰ ਬਣਾਇਆ ਹੈ। ਉਹਨਾਂ ਨੇ ਆਪਣੇ ਜੀਵਨ ਦਾ ਆਸਰਾ ਜਿਹੜਾ ਹੈ ਉਹ ਵਹਿਮਾਂ ਤੇ ਭਰਮਾਂ ਨੂੰ ਬਣਾਇਆ ਹੈ। ਮੈਂ ਬਹੁਤਾ ਵਿਸਥਾਰ ਦੇ ਵਿੱਚ ਨਾ ਜਾਵਾਂ, ਮੈਂ ਕੇਵਲ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਉਹਨਾਂ ਨੂੰ ਨਾਮ ਦਾ ਆਸਰਾ ਮਿਲਦਾ ਹੈ, ਜਦੋਂ ਸੱਚੇ ਗਿਆਨ ਦਾ ਆਸਰਾ ਗੁਰੂ ਦੇ ਕੋਲੋਂ ਉਹਨਾਂ ਨੂੰ ਮਿਲਦਾ ਹੈ, ਤੇ ਹੁਣ ਆਪਾਂ ਭਾਈ ਲਹਿਣੇ ਨੂੰ ਪੁੱਛੀਏ ਵੀ ਭਾਈ ਲਹਿਣਾ ਜੀ, ਤੁਸੀਂ ਗੁਰੂ ਅੰਗਦ ਸਾਹਿਬ ਜੀ ਬਣ ਗਏ ਹੋ, ਹੁਣ ਤੁਹਾਨੂੰ ਕਿਸ ਦੇ ਆਸਰੇ ਦੀ ਜ਼ਰੂਰਤ ਹੈ? ਹੁਣ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਹਦਾ ਆਸਰਾ ਹੋਣਾ ਚਾਹੀਦਾ ਹੈ? ਤੇ ਭਾਈ ਲਹਿਣਾ ਜੀ ਕਹਿੰਦੇ ਨੇ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾ ਲਗ ਚਿਤ ਨਾ ਆਵਈ। ਕਾਸ਼ ਅਸੀਂ ਸਿੱਖ ਅਖਵਾਉਣ ਵਾਲੇ ਵੀ ਅੱਜ ਕਰਮ ਕਾਂਡਾਂ ਨੂੰ, ਵਹਿਮਾਂ ਭਰਮਾਂ ਨੂੰ, ਮਨ ਮਤਾਂ ਨੂੰ, ਬਾਬਿਆਂ ਦੇ ਧਾਰੀਆਂ ਧਾਗਿਆਂ, ਤਵੀਤਾਂ, ਮੜੀਆਂ, ਜੰਡਾਂ, ਸਮਾਧੀਆਂ, ਪੀਰਾਂ ਫਕੀਰਾਂ ਦੇ ਆਸਰੇ ਛੱਡ ਕੇ ਅਸੀਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਵਾਂਗ ਸੱਚੇ ਗਿਆਨ ਦਾ ਆਸਰਾ ਪ੍ਰਾਪਤ ਕਰ ਲਈਏ, ਗੁਰੂ ਦੀ ਮੱਤ ਦਾ ਆਸਰਾ ਅਸੀਂ ਆਪਣੇ ਜੀਵਨ ਦੇ ਵਿੱਚ ਲੈ ਲਈਏ, ਤੇ ਸੱਚ ਜਾਣੋ ਅਸੀਂ ਵੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਵਾਂਗ ਇਹ ਗੱਲ ਕਹਿ ਦੇਵਾਂਗੇ, ਕਿਸ ਹੀ ਕੋਈ ਕੋਏ ਮੰਝ ਨਹੀਂ ਮਾਣੀ, ਇੱਕ ਤੂੰ। ਵੀ ਮਾਲਕ ਜੀ, ਕਿਸੇ ਨੂੰ ਕਿਸੇ ਦਾ ਆਸਰਾ ਹੈ, ਕਿਸੇ ਨੂੰ ਕਿਸੇ ਦਾ ਆਸਰਾ ਹੈ। ਅਸੀਂ ਵੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਵਾਂਗ ਇਹ ਗੱਲ ਕਹਿ ਦੇਵਾਂਗੇ ਵੀ ਮੈਨੂੰ ਤਾਂ ਨਿਮਾਣੀ ਨੂੰ ਕੇਵਲ ਤੇਰੇ ਸੱਚੇ ਗਿਆਨ ਦਾ ਆਸਰਾ ਹੈ, ਤੇਰੇ ਹੁਕਮ ਦਾ ਆਸਰਾ ਹੈ। ਅਸੀਂ ਵੀ ਗੁਰੂ ਕੀ ਬਾਣੀ ਦੇ ਵਿੱਚੋਂ ਇਹ ਗੱਲ ਬੜੀ ਬੇਬਾਕੀ ਦੇ ਨਾਲ ਪੜਾਂਗੇ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ। ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ, ਅਸੀਂ ਗੱਲ ਕਹਿ ਦੇਵਾਂਗੇ। ਪਰ ਇਹ ਗੱਲ ਅਸੀਂ ਤਾਂ ਕਵਾਂਗੇ ਜੇ ਅਸੀਂ ਆਪਣਾ ਆਸਰਾ ਸੱਚੇ ਗਿਆਨ ਨੂੰ, ਜੇ ਆਪਣਾ ਆਸਰਾ ਅਸੀਂ ਗੁਰੂ ਦੀ ਮੱਤ ਨੂੰ ਬਣਾਵਾਂਗੇ। ਤੇ ਖਿਮਾ ਕਰਨਾ, ਜੇ ਆਸਰਾ ਸਾਡਾ ਦੇਹ ਧਾਰੀਆਂ ਦੇ ਉੱਤੇ ਹੈ, ਜੇ ਆਸਰਾ ਸਾਡਾ ਦੰਮੀਆਂ ਤੇ ਪਖੰਡੀਆਂ ਦੇ ਉੱਤੇ ਹੈ, ਫਿਰ ਕਦੇ ਵੀ ਅਸੀਂ ਆਪਣੇ ਜੀਵਨ ਦੇ ਅੰਦਰ ਇਹ ਗੱਲ ਨਹੀਂ ਕਹਿ ਸਕਦੇ, ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ। ਇਹ ਗੱਲ ਸਾਡੇ ਜੀਵਨ 'ਚ ਫਿਰ ਨਹੀਂ ਆ ਸਕਦੀ, ਕਿਉਂਕਿ ਫਿਰ ਤਾਂ ਆਸਰੇ ਸਾਨੂੰ ਬੰਦਿਆਂ ਦੇ ਨੇ। ਤੇ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ। ਉਹ ਕਹਿਣ ਲੱਗੇ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਤੁਸੀਂ ਅੱਜ ਵੇਖੋ ਵੀ ਕਿਵੇਂ ਅੱਜ ਸਿੱਖ ਕੌਮ ਵੀ ਗੁੰਮਰਾਹ ਹੋ ਰਹੀ ਹੈ। ਆਸਰਾ ਅਸੀਂ ਲੈਣਾ ਸੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ, ਇੱਕ ਅਕਾਲ ਪੁਰਖ ਪਰਮਾਤਮਾ ਦਾ। ਪਰ ਅੱਜ ਵੇਖੋ ਤੁਸੀਂ ਸਿੱਖ ਅਖਵਾਉਣ ਵਾਲਿਆਂ ਨੂੰ ਵੇਖੋ, ਉਹਨਾਂ ਨੇ ਕਿਰਪਾਨਾਂ ਪਾਈਆਂ ਨੇ, ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਨੇ, ਉਹਨਾਂ ਨੇ ਖੰਡੇ ਬਾਟੇ ਦੀ ਪੋਲ ਵੀ ਲਈ ਹੈ। ਪਰ ਜਦੋਂ ਇਹ ਗੱਲ ਕਹਿੰਦਾ ਹੈ ਨਾ ਵੀ ਸਾਡੇ ਉੱਤੇ ਤੇ ਕਿਰਪਾ ਜਿਹੜੀ ਹੈ ਉਹ ਫਲਾਣੇ ਮਹਾਂਪੁਰਸ਼ਾਂ ਨੇ ਕੀਤੀ ਹੈ, ਸਾਡੇ ਉੱਤੇ ਤੇ ਕਿਰਪਾ ਜਿਹੜੀ ਹੈ ਉਹ ਫਲਾਣੇ ਪੀਰਾਂ ਦੀ ਹੋਈ ਹੈ, ਫਲਾਣੇ ਬਾਬੇ ਦੀਆਂ ਅਸੀਨੀਆਂ ਚੌਂਕੀਆਂ ਭਰੀਆਂ ਤਾਂ ਸਾਡੇ ਉੱਤੇ ਇਹ ਕਿਰਪਾ ਹੋਈ, ਉਦੋਂ ਤਰਸ ਹੁੰਦਾ ਇਹੋ ਜਿਹੀਆਂ ਲੋਕਾਂ ਦੀ ਸੋਚ ਦੇ ਉੱਤੇ। ਸਿੱਖਾ, ਤੈਨੂੰ ਗੁਰੂ ਕਹਿੰਦਾ ਹੈ ਸਾਚਾ ਨਾਮ ਮੇਰਾ ਆਧਾਰੋ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਆਸਰਾ ਲੈ। ਤੂੰ ਆਸਰੇ ਕਿਹਨਾਂ ਦੇ ਤੱਕਦਾ ਫਿਰਦਾ? ਤੂੰ ਆਸਰੇ ਤੱਕਦਾ ਫਿਰਦਾ ਮੜੀਆਂ ਦੇ, ਤੂੰ ਆਸਰੇ ਤੱਕਦਾ ਫਿਰਦਾ ਧਾਗਿਆਂ ਤੇ ਤਵੀਤਾਂ ਦੇ,
ਤੂੰ ਆਸਰੇ ਤੱਕਦਾ ਫਿਰਦਾ ਨਗਾਂ ਵਾਲੀਆਂ ਮੁੰਦਰੀਆਂ ਦੇ, ਤੂੰ ਆਸਰੇ ਤੱਕਦਾ ਫਿਰਦਾ। ਸੋ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਅੱਜ ਦੀ ਇਸ ਪੌੜੀ ਦੇ ਅੰਦਰ। ਸਤਿਗੁਰੂ ਜੀ ਕਹਿਣ ਲੱਗੇ, ਸਾਚਾ ਨਾਮ ਮੇਰਾ ਆਧਾਰੋ, ਮੇਰਾ ਆਸਰਾ ਬਣਿਆ ਹੈ ਉਸ ਸਦਾ ਸਥਿਰ ਪਰਮਾਤਮਾ ਦਾ ਨਾਮ, ਭਾਵ ਉਹਦਾ ਸੱਚਾ ਗਿਆਨ, ਉਹਦੇ ਗੁਣ, ਇਹ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਨੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਤਿਗੁਰੂ ਜੀ ਕਹਿਣ ਲੱਗੇ, ਜਦੋਂ ਦਾ ਮੈਂ ਸੱਚੇ ਗਿਆਨ ਨੂੰ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਤੇ ਇਸ ਨਾਮ ਦੇ ਆਸਰੇ ਨੇ ਮੇਰੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਭੁੱਖ ਜਿਹੜੀ ਹੈ ਉਹ ਖਤਮ ਕਰ ਦਿੱਤੀ ਹੈ। ਇੱਥੇ ਭੁੱਖਾਂ ਦੇ ਅਰਥ ਨੇ ਲਾਲਚ। ਹਰ ਇੱਕ ਭੁੱਖ, ਪਹਿਲਾਂ ਮੇਰੇ ਜੀਵਨ ਦੇ ਅੰਦਰ ਇਹੋ ਜਿਹੀ ਬਿਰਤੀ ਸੀ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਿਆਨ ਕਰਦੇ ਨੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਪਹਿਲਾਂ ਇੱਕ ਇਹੋ ਜਿਹੀ ਬਿਰਤੀ ਸੀ, ਸਹਿਸ ਖੱਟੇ ਲੱਖ ਕੋ ਉਠ ਧਾਵੈ। ਪਹਿਲਾਂ ਇੱਕ ਬਿਰਤੀ ਸੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਪਰ ਜਦੋਂ ਮੈਂ ਨਾਮ ਦਾ ਆਸਰਾ ਲਿਆ ਨਾ, ਤੇ ਸਤਿਗੁਰੂ ਜੀ ਕਹਿਣ ਲੱਗੇ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ। ਹੁਣ ਮੇਰੀ ਜ਼ਿੰਦਗੀ ਦੇ ਅੰਦਰ ਗੁਰੂ ਦਿਆਂ ਬਚਨਾਂ ਦੇ ਰਾਹੀਂ ਇੱਕ ਵੱਡਾ ਸੰਤੋਖ ਪੈਦਾ ਹੋ ਗਿਆ। ਜਿਨ ਭੁੱਖਾਂ ਸਭ ਗਵਾਈਆਂ, ਮੇਰੇ ਅੰਦਰ ਦੀਆਂ ਸਾਰੀਆਂ ਭੁੱਖਾਂ, ਸਾਰੇ ਲਾਲਚ, ਤ੍ਰਿਸ਼ਨਾ ਜਿਹੜੀ ਸੀ ਉਹ ਖਤਮ ਹੋ ਗਈ। ਕਿਉਂ? ਕਿਉਂਕਿ ਮੈਂ ਨਾਮ ਦਾ ਆਸਰਾ ਤੱਕ ਲਿਆ ਹੈ। ਇਤਿਹਾਸ ਦੀਆਂ ਪੰਨਿਆਂ ਨੂੰ ਆਪਾਂ ਪੜ੍ਹੀਏ ਤੇ ਸਾਧ ਸੰਗਤ ਜੀ, ਜਿਨ੍ਹਾਂ ਨੇ ਸੱਚੇ ਗਿਆਨ ਦਾ, ਜਿਨ੍ਹਾਂ ਨੇ ਨਾਮ ਦਾ ਆਸਰਾ ਤੱਕਿਆ ਹੈ, ਉਹਨਾਂ ਦੇ ਸਾਹਮਣੇ ਫਿਰ ਵੱਡੇ ਵੱਡੇ ਲਾਲਚ, ਵੱਡੇ ਵੱਡੇ ਉਹਨਾਂ ਦੇ ਸਾਹਮਣੇ ਆਫਰ ਆਏ, ਪਰ ਉਹਨਾਂ ਦੇ ਅੰਦਰੋਂ ਸਾਰੀਆਂ ਭੁੱਖਾਂ ਖਤਮ ਹੋ ਗਈਆਂ ਸਨ, ਸਾਰੇ ਲਾਲਚ ਖਤਮ ਹੋ ਗਏ ਸਨ, ਸਾਰੇ ਤ੍ਰਿਸ਼ਨਾ ਖਤਮ ਹੋ ਗਈ ਸੀ। ਉਹਨਾਂ ਨੇ ਨਾਮ ਦਾ ਆਸਰਾ ਤੱਕਿਆ ਸੀ। ਵੱਡੇ ਤੋਂ ਵੱਡਾ ਲਾਲਚ ਜਿਹੜਾ ਹੈ ਉਹਨਾਂ ਨੂੰ ਡੁਲਾ ਨਹੀਂ ਸਕਿਆ। ਖਿਮਾ ਕਰਨਾ, ਅੱਜ ਸਾਨੂੰ ਛੋਟਾ ਜਿਹਾ ਲਾਲਚ ਜਿਹੜਾ ਹੈ ਉਹ ਸਾਡਿਆਂ ਸਿਧਾਂਤਾਂ ਤੋਂ, ਸਾਡੇ ਇਖਲਾਕ ਤੋਂ, ਸਾਡੇ ਜੀਵਨ ਦੀ ਜੀਵਨ ਸ਼ੈਲੀ ਤੋਂ ਡੇਗ ਦਿੰਦਾ ਹੈ, ਛੋਟਾ ਜਿਹਾ ਲਾਲਚ। ਪਰ ਜਿਨ੍ਹਾਂ ਨੇ ਨਾਮ ਦਾ ਆਸਰਾ ਤੱਕਿਆ, ਉਹਨਾਂ ਦੀਆਂ ਸਾਰੀਆਂ ਭੁੱਖਾਂ ਖਤਮ ਹੋ ਗਈਆਂ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਦੋਂ ਇਹ ਨਾਮ ਮਨ 'ਚ ਆ ਕੇ ਵਸ ਗਿਆ ਨਾ, ਇਹਨੇ ਮੇਰੇ ਮਨ 'ਚ ਇੱਕ ਸ਼ਾਂਤੀ ਪੈਦਾ ਕਰ ਦਿੱਤੀ, ਇੱਕ ਸੁੱਖ ਪੈਦਾ ਕਰ ਦਿੱਤਾ। ਜਿਨ ਇੱਛਾ ਸਭ ਪੁਜਾਈਆਂ, ਤੇ ਸਾਰੀਆਂ ਮਨੋਕਾਮਨਾਵਾਂ ਜਿਹੜੀਆਂ ਸਨ ਪੂਰੀਆਂ ਹੋ ਗਈਆਂ। ਪੂਰੀਆਂ ਤੋਂ ਭਾਵ ਹੈ, ਪੁਜਾਈਆਂ ਤੋਂ ਭਾਵ ਹੈ ਪੂਰੀਆਂ ਹੋ ਜਾਣੀਆਂ, ਤੇ ਪੂਰੀਆਂ ਤੋਂ ਇੱਥੇ ਭਾਵ ਹੈ ਮਰ ਗਈਆਂ। ਹੁਣ ਮੇਰੇ ਜੀਵਨ 'ਚ ਕੋਈ ਕਾਮਨਾ ਨਹੀਂ ਰਹਿ ਗਈ, ਕੋਈ ਇੱਛਾ ਨਹੀਂ ਰਹਿ ਗਈ, ਕਿਉਂਕਿ ਆਧਾਰ ਜਿਹੜਾ ਸੀ ਉਹ ਸੱਚੇ ਗਿਆਨ ਨੂੰ ਬਣਾ ਲਿਆ। ਆਧਾਰ ਜਿਹੜਾ ਸੀ ਉਹ ਰੱਬੀ ਗੁਣਾਂ ਨੂੰ ਬਣਾ ਲਿਆ। ਪਹਿਲਾਂ ਮਨ ਦੇ ਅੰਦਰ ਬੜੀਆਂ ਕਾਮਨਾਵਾਂ ਸਨ। ਪਹਿਲਾਂ ਮਨ ਕਹਿੰਦਾ ਸੀ ਉਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ। ਪਹਿਲਾਂ ਮਨ ਬਹੁਤ ਕੁਝ ਕਹਿੰਦਾ ਸੀ, ਪਰ ਹੁਣ ਨਾਮ ਦਾ ਆਸਰਾ ਜਦੋਂ ਦਾ ਤੱਕਿਆ ਹੈ, ਮਨ ਇੱਕੋ ਗੱਲ ਬਾਰ-ਬਾਰ ਇਹ ਰਿਪੀਟ ਕਰਦਾ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ। ਤੇ ਸਤਿਗੁਰੂ ਜੀ ਕਹਿੰਦੇ ਨੇ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਅੱਛਾ, ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਨਾਮ ਦਾ ਆਸਰਾ ਜ਼ਿੰਦਗੀ ਦੇ ਵਿੱਚ ਆਉਣਾ ਕਿਵੇਂ ਹੈ? ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਨਾਮ ਦਾ ਆਸਰਾ ਸਾਡੇ ਜੀਵਨ 'ਚ ਆ ਗਿਆ ਨਾ, ਫਿਰ ਸਾਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿਣੀ। ਫਿਰ ਜੇ ਕੋਈ ਸਾਡੇ ਜੀਵਨ 'ਚ ਥੋੜ੍ਹੀ ਵੀ ਹੈ ਨਾ, ਕੋਈ ਚੀਜ਼ ਨਹੀਂ ਵੀ ਸਾਨੂੰ ਮਿਲੀ ਸਾਡੇ ਮੁਤਾਬਕ, ਵੈਸੇ ਰੱਬ ਨੇ ਜਿਹੜੀਆਂ ਚੀਜ਼ਾਂ ਦੇ ਅਸੀਂ ਹੱਕਦਾਰ ਹਾਂ ਸਾਨੂੰ ਦਿੱਤੀਆਂ ਨੇ, ਪਰ ਜਿਹੜੀ ਚੀਜ਼ ਸਾਨੂੰ ਨਹੀਂ ਵੀ ਮਿਲੀ ਸਾਡੇ ਮੁਤਾਬਕ, ਫਿਰ ਉਸ ਚੀਜ਼ ਨੂੰ ਅਸੀਂ ਲੈ ਕੇ ਕਦੇ ਨਿਰਾਸ਼ ਨਹੀਂ ਹੋਵਾਂਗੇ। ਜਿੱਦਣ ਅਸੀਂ
ਨਾਮ ਦਾ ਆਸਰਾ ਤੱਕ ਲਿਆ। ਕਦੇ ਜੀਵਨ ਪੜ੍ਹਿਓ ਬੇਬੇ ਨਾਨਕੀ ਜੀ ਦਾ। ਬੇਬੇ ਨਾਨਕੀ ਜੀ ਨੇ ਸੱਚੇ ਗਿਆਨ ਦਾ, ਰੱਬੀ ਹੁਕਮ ਦਾ, ਰੱਬੀ ਗੁਣਾਂ ਦਾ ਆਸਰਾ ਤੱਕਿਆ। ਉਹਨਾਂ ਦੇ ਘਰ ਕੋਈ ਔਲਾਦ ਨਹੀਂ, ਨਾ ਕੋਈ ਧੀ ਹੈ, ਨਾ ਕੋਈ ਪੁੱਤਰ ਹੈ। ਇਹ ਥੋੜ੍ਹਾ, ਇਹ ਕਮੀ ਹੈ ਉਹਨਾਂ ਦੇ ਘਰ, ਪਰ ਨਾਮ ਦੇ ਸਹਾਰੇ ਨੇ, ਰੱਬੀ ਹੁਕਮ ਦੇ ਸਹਾਰੇ ਨੇ। ਇਸ ਗੱਲ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ, ਬੇਬੇ ਨਾਨਕੀ ਜੀ ਨੂੰ ਕਦੇ ਨਿਰਾਸ਼ ਨਹੀਂ ਹੋਣ ਦਿੱਤਾ, ਉਹਨਾਂ ਨੂੰ ਕਦੇ ਢਹਿੰਦੀ ਕਲਾ ਦੇ ਵਿੱਚ ਨਹੀਂ ਆਉਣ ਦਿੱਤਾ। ਉਹਨਾਂ ਦੀ ਜ਼ੁਬਾਨ ਦੇ ਉੱਤੇ ਕਦੀ ਇਹ ਗੱਲ ਨਹੀਂ ਆਉਣ ਦਿੱਤੀ ਵੀ ਮੈਨੂੰ ਪਰਮਾਤਮਾ ਨੇ ਔਲਾਦ ਨਹੀਂ ਦਿੱਤੀ। ਨਹੀਂ, ਉਹ ਹਮੇਸ਼ਾ ਇਹੀ ਗੱਲ ਕਹਿੰਦੇ ਰਹੇ, ਜੋ ਤੁਧ ਭਾਵੈ ਸਾਈ ਭਲੀ ਕਾਰ। ਉਹ ਹਮੇਸ਼ਾ ਇਹੀ ਗੱਲ ਕਹਿੰਦੇ ਰਹੇ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਈ। ਉਹ ਹਮੇਸ਼ਾ ਇਹੀ ਗੱਲ ਕਹਿੰਦੇ ਰਹੇ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਬੇਨਤੀ ਕਰ ਰਿਹਾ ਸੀ ਵੀ ਇਹ ਨਾਮ ਦਾ ਆਸਰਾ ਜ਼ਿੰਦਗੀ 'ਚ ਆਉਣਾ ਕਿਵੇਂ। ਤੇ ਸਤਿਗੁਰੂ ਜੀ ਕਹਿਣ ਲੱਗੇ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਮੈਂ ਸਦਾ ਹੀ ਆਪਣੇ ਗੁਰੂ ਤੋਂ ਬਲਿਹਾਰ ਜਾਨਾ, ਕੁਰਬਾਨ ਜਾਨਾ। ਕਿਉਂ? ਜਿਸ ਦੀਆਂ ਇਹ ਵਡਿਆਈਆਂ, ਜਿਸ ਗੁਰੂ ਨੇ ਮੈਨੂੰ ਇਹ ਵਡਿਆਈ ਦਿੱਤੀ ਹੈ, ਇਹ ਨਾਮ ਦਾ ਆਸਰਾ ਜੇ ਮੇਰੀ ਜ਼ਿੰਦਗੀ 'ਚ ਆਇਆ ਹੈ, ਜੇ ਸੱਚੇ ਗਿਆਨ ਦਾ ਮੈਂ ਸਹਾਰਾ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਹੈ, ਤੇ ਇਹ ਵਡਿਆਈ ਗੁਰੂ ਦੀ ਹੈ। ਇਹ ਗੁਰੂ ਕਰਕੇ ਮੇਰੀ ਜ਼ਿੰਦਗੀ 'ਚ ਮੈਨੂੰ ਇਹ ਬਖਸ਼ਿਸ਼ ਹੋਈ ਹੈ, ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਤੇ ਅਖੀਰ ਤੇ ਸਤਿਗੁਰੂ ਜੀ ਕਹਿਣ ਲੱਗੇ, ਕਹਿ ਨਾਨਕ ਸੁਣੋ ਸੰਤੋ। ਨਾਨਕ ਦੇ ਕੱਕੇ ਨੂੰ ਔਂਕੜ ਹੈ, ਜਿਹਦੇ ਅਰਥ ਨੇ ਨਾਨਕ ਆਖਦਾ ਹੈ। ਨਾਨਕ ਇਹ ਗੱਲ ਆਖਦਾ ਹੈ, ਹੇ ਸੰਤ ਜਨੋ, ਗੁਰੂ ਦੇ ਸ਼ਬਦ ਨੂੰ ਸੁਣੋ, ਕਿਉਂਕਿ ਇਹ ਵਡਿਆਈ ਗੁਰੂ ਦੇ ਕੋਲੋਂ ਮਿਲਣੀ ਹੈ ਜ਼ਿੰਦਗੀ ਦੇ ਵਿੱਚ ਨਾਮ ਦੇ ਆਸਰੇ ਦੀ। ਗੁਰੂ ਦੇ ਸ਼ਬਦ ਨੂੰ ਸੁਣੋ, ਸ਼ਬਦ ਧਰੋ ਪਿਆਰੋ, ਤੇ ਸ਼ਬਦ ਦੇ ਵਿੱਚ ਪਿਆਰ ਰੱਖੋ, ਪਿਆਰ ਬਣ ਜਾਵੇ ਸ਼ਬਦ ਦੇ ਵਿੱਚ। ਸ਼ਬਦ ਨੂੰ ਪਿਆਰ ਦੇ ਨਾਲ ਪੜ੍ਹੋ, ਪਿਆਰ ਦੇ ਨਾਲ ਸੁਣੋ, ਸ਼ਬਦ ਸਾਡੇ ਜੀਵਨ ਦਾ ਆਧਾਰ ਬਣ ਜਾਵੇ, ਤਾਂ ਉਸ ਨਾਮ ਨੇ ਸਾਡੇ ਜੀਵਨ ਦਾ ਆਧਾਰ ਬਣਨਾ ਹੈ। ਤੇ ਸਤਿਗੁਰੂ ਜੀ ਕਹਿ ਲਗੇ, ਸ਼ਬਦ ਧਰੋ ਪਿਆਰੋ। ਸ਼ਬਦ ਨੂੰ ਜੇ ਪੜ੍ਹਨਾ ਹੈ ਤੇ ਫਿਰ ਪਿਆਰ ਦੇ ਨਾਲ ਪੜ੍ਹਿਆ ਜੀ, ਵਿਚਾਰਨਾ ਹੈ ਤੇ ਪਿਆਰ ਦੇ ਨਾਲ ਵਿਚਾਰਿਓ। ਐਵੇਂ ਨਹੀਂ ਵੀ ਕਿਸੇ ਬਾਬੇ ਦੇ ਕਹਿਣ ਦੇ ਉੱਤੇ ਵੀ ਇੰਨੀ ਵਾਰੀ ਆ ਸ਼ਬਦ ਪੜ੍ਹੋ ਤੇ ਤੁਹਾਡੀ ਫਲਾਣੀ ਮਨੋਕਾਮਨਾ ਪੂਰੀ ਹੋ ਜਾਵੇਗੀ। ਇਹ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਬਾਣੀ ਦੇ ਅੰਦਰ। ਕਿਤੇ ਵੀ ਤੁਸੀਂ ਅੱਜ ਵੇਖੋ, ਅੱਜ ਸੰਕਟ ਮੋਚਨ ਗੁਟਕੇ ਬਣਾ ਦਿੱਤੇ, ਅੱਜ ਦੁੱਖ ਭੰਜਨੀ ਗੁਟਕੇ ਬਣਾ ਦਿੱਤੇ, ਅੱਜ ਕਿਵੇਂ ਸ਼ਬਦ ਵੰਡੇ ਜਾ ਰਹੇ ਨੇ। ਤੁਹਾਨੂੰ ਪੁੱਤ ਦੀ ਪ੍ਰਾਪਤੀ ਚਾਹੀਦੀ ਹੈ ਤੇ ਆਹ ਸ਼ਬਦ ਲੈ ਜਾਓ, ਜੇ ਤੁਹਾਨੂੰ ਫਲਾਣਾ ਸੁੱਖ ਚਾਹੀਦਾ ਤੇ ਆਹ ਸ਼ਬਦ ਪੜ੍ਹਿਆ ਕਰੋ। ਅੱਜ ਸ਼ਬਦ ਨੂੰ ਵੰਡ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ, ਇਹ ਇਸ ਢੰਗ ਦੇ ਨਾਲ ਸ਼ਬਦ ਨਹੀਂ ਪੜ੍ਹਨਾ, ਸ਼ਬਦ ਪੜ੍ਹਨਾ ਹੈ ਪਿਆਰ ਦੇ ਨਾਲ, ਪਿਆਰ ਦੇ ਵਿੱਚ ਭਿੱਜ ਕੇ। ਸ਼ਬਦ ਧਰੋ ਪਿਆਰੋ, ਸ਼ਬਦ ਦੇ ਵਿੱਚ ਪਿਆਰ ਬਣਾਓ, ਸਾਚਾ ਨਾਮ ਮੇਰਾ ਆਧਾਰੋ। ਤੇ ਸਤਿਗੁਰੂ ਜੀ ਕਹਿੰਦੇ ਨੇ, ਉਸ ਅਕਾਲ ਪੁਰਖ ਪਰਮਾਤਮਾ ਦਾ, ਸੱਚੇ ਵਾਹਿਗੁਰੂ ਦਾ ਨਾਮ ਹੀ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਹੈ, ਜਿਸ ਆਸਰੇ ਦਾ ਸਦਕਾ ਮੇਰੇ ਜੀਵਨ ਦੇ ਅੰਦਰ ਖਿੜਾ ਆ ਗਿਆ ਹੈ, ਵਿਗਾਸ ਆ ਗਿਆ ਹੈ। ਮੇਰੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ। ਸੋ ਇਸ ਸਮੁੱਚੀ ਪੌੜੀ ਦੇ ਅੰਦਰ ਸਤਿਗੁਰੂ ਜੀ ਸਾਨੂੰ ਇਹੀ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ। ਤੇ ਇਹ ਨਾਮ ਦਾ ਆਸਰਾ ਮੈਨੂੰ ਮਿਲਿਆ ਹੈ ਗੁਰੂ ਦੇ ਕੋਲੋਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਸ਼ਬਦ ਨੂੰ ਪਿਆਰ ਦੇ ਨਾਲ ਪੜ੍ਹੋ, ਸਹਿਜ ਦੇ ਵਿੱਚ, ਟਿਕਾਓ ਦੇ ਵਿੱਚ ਆ ਕੇ ਪੜ੍ਹੋ। ਆਓ ਗੁਰੂ ਕਿਰਪਾ ਕਰੇ, ਆਪਾਂ ਵੀ ਸ਼ਬਦ ਨੂੰ ਪਿਆਰ ਦੇ ਨਾਲ ਪੜ੍ਹ ਕੇ, ਗੁਰਬਾਣੀ ਨੂੰ ਪਿਆਰ ਦੇ ਨਾਲ ਸਮਝ ਕੇ, ਆਪਣੇ ਜੀਵਨ ਦੇ ਅੰਦਰ ਸੱਚੇ ਗਿਆਨ ਨੂੰ, ਰੱਬੀ ਹੁਕਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਈਏ, ਤਾਂ ਕਿ ਸਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।